मैं कौन, सब्जेक्ट है, विषय है। हु एम आई, मैं कौन हाँ। और इसका जो मैं खंड लिया है, कूच की पुस्तक 3 अध्याय 7 ਤੋਂ 15 तक। कूच की पुस्तक 3 अध्याय 7 ਤੋਂ 15 तक। ਯਹੋਵਾ ਨੇ ਆਖਿਆ, ਮੈਂ ਆਪਣੀ ਪਾਤਿਆਂ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ ਸੱਚਮੁੱਚ ਵੇਖਿਆ ਹੈ। ਉਹਨਾਂ ਦੀ ਦੁਹਾਈ ਜੋ ਉਹਨਾਂ ਤੋਂ ਬੇਗਾਰ ਕਰਾਉਣ ਵਾਲੇ ਦੇ ਕਾਰਨ ਸੁਣੀ, ਕਿਉਂ ਜੋ ਮੈਂ ਉਹਨਾਂ ਦੇ ਦੁੱਖਾਂ ਨੂੰ ਜਾਣਦਾ ਹਾਂ। ਮੈਂ ਉਤਰਿਆ ਹਾਂ ਤਾਂ ਜੋ ਉਹਨਾਂ ਨੂੰ ਮਿਸਰੀਆਂ ਦੇ ਹੱਥੋਂ ਛਡਾਵਾਂ, ਉਸ ਧਰਤੀ ਵਿੱਚ ਕੱਢ ਕੇ ਅੱਛੀ ਅਤੇ ਮੋਕਲ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਖਾਸ ਕਨਾਨੀਆਂ, ਹਿੱਤੀਆਂ, ਮੋਰੀਆਂ, ਹਿੱਤੀਆਂ, ਛੀਵੀਆਂ, ਜਬੂਸੀਆਂ ਦੀ ਥਾਂ ਵਿੱਚ ਤਾਹਾਂ ਲਿਆਵਾਂ। ਸੋ ਹੁਣ ਵੇਖ, ਇਸਰਾਇਲ ਦੀ ਦੁਹਾਈ ਮੇਰੇ ਤੇ ਕੱਪੜੀ ਹੈ, ਅਤੇ ਮੈਂ ਉਸਦੇ ਹਨੇਰ ਨੂੰ ਵੀ ਜੋ ਮਿਸਰ ਉਹਨਾਂ ਉੱਤੇ ਕਰਦੇ ਸਨ ਡਿੱਠਾ ਹੈ। ਹੁਣ ਤੂੰ ਆ, ਮੈਂ ਤੈਨੂੰ ਫਰਿਊਨ ਦੇ ਕੋਲ ਘੱਲਾਂਗਾ, ਤਾਂ ਜੋ ਤੂੰ ਮੇਰੀ ਪਾਧਿਆ ਖਾਤਰ ਇਸਰਾਇਲ ਨੂੰ ਮਿਸਰੋਂ ਕੱਢ ਲਿਆਵੇਂਗਾ। ਮੂਸਾ ਨੇ ਪਰਮੇਸ਼ਰ ਨੂੰ ਆਖਿਆ, ਮੈਂ ਕੌਣ ਹਾਂ ਜੋ ਫਰਿਊਨ ਕੋਲ ਜਾਵਾਂ, ਇਸਰਾਇਲ ਨੂੰ ਮਿਸਰ ਤੋਂ ਕੱਢ ਲਿਆਵਾਂ। ਤਾਂ ਉਸ ਆਖਿਆ, ਮੈਂ ਤੇਰੇ ਨਾਲ ਹੋਵਾਂਗਾ ਹੀ, ਅਤੇ ਤੇਰੇ ਲਈ ਇਹ ਪਤਾ ਹੋਵੇਗਾ ਕਿ ਮੈਂ ਤੈਨੂੰ ਘੱਲਿਆ, ਅਤੇ ਜਦ ਤੂੰ ਇਸ ਪਾਧਿਆ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਾਂ ਤੁਸੀਂ ਇਸ ਪਹਾੜ ਉੱਤੇ ਪਰਮੇਸ਼ਰ ਦੀ ਉਪਾਸਨਾ ਕਰੋਗੇ। 15 तक। ਫਿਰ ਮੂਸਾ ਨੇ ਪਰਮੇਸ਼ਰ ਨੂੰ ਆਖਿਆ, ਵੇਖ, ਜਦ ਮੈਂ ਇਸਰਾਇਲ ਦੇ ਕੋਲ ਜਾਵਾਂ, ਉਹਨਾਂ ਨੂੰ ਆਖਾਂ ਕਿ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ, ਤਾਂ ਉਹ ਮੈਨੂੰ ਆਖਣਗੇ ਭਈ ਉਹਦਾ ਨਾਮ ਕੀ ਹੈ, ਤਾਂ ਮੈਂ ਉਸ ਨੂੰ ਕੀ ਦੱਸਾਂ। ਪਰਮੇਸ਼ਰ ਨੇ ਮੂਸਾ ਨੂੰ ਆਖਿਆ, ਮੈਂ ਹਾਂ ਜੋ ਮੈਂ ਹਾਂ, ਅਤੇ ਤੂੰ ਇਸਰਾਏਲੀਆਂ ਨੂੰ ਇਹ ਆਖੀ ਕਿ ਮੈਂ ਹਾਂ ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਪਰਮੇਸ਼ਰ ਨੇ ਮੂਸਾ ਨੂੰ ਹੋਰ ਇਹ ਆਖਿਆ, ਤੂੰ ਇਸਰਾਏਲ ਨੂੰ ਇਹ ਆਖੀ, ਯਹੋਵਾ ਤੁਹਾਡੇ ਪਿਓ ਦਾਦਿਆਂ ਦੇ ਪਰਮੇਸ਼ਰ, ਅਬਰਾਹਮ, ਇਸਹਾਕ ਦੇ ਪਰਮੇਸ਼ਰ, ਯਾਕੂਬ ਦੇ ਪਰਮੇਸ਼ਰ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਸਦੀਕਾ ਕਾਲ ਤੋਂ ਮੇਰਾ ਇਹੋ ਹੀ ਨਾਮ ਹੈ, ਪੀੜ੍ਹੀਆਂ ਪੀੜ੍ਹੀਆਂ ਇਹੀ ਹੀ ਯਾਦਗਿਰੀ ਹੈ। ਮੂਸਾ ਨੂੰ ਪਰਮੇਸ਼ਰ ਇਸਰਾਇਲ ਨੂੰ ਛੁਡਾਉਣ ਦੇ ਲਈ ਉਸ ਦਾ ਚੁਣਾਵ ਕਰਦਾ ਹੈ। ਅਸੀਂ ਇਸ ਖੰਡ ਵਿੱਚ ਪੜ੍ਹਦੇ ਹਾਂ, ਜਦੋਂ ਪਰਮੇਸ਼ਰ ਚੁਣਾਵ ਕਰਦਾ ਹੈ ਤਾਂ ਮੂਸਾ ਆਪਣੀ ਕਮਜ਼ੋਰੀ ਪਰਮੇਸ਼ਰ ਦੇ ਅੱਗੇ ਰੱਖਦਾ ਹੈ। ਉਹ ਕੀ ਕਹਿੰਦਾ ਹੈ, ਜਦੋਂ ਅਸੀਂ 11 ਆਇਤ ਨੂੰ ਪੜ੍ਹਦੇ ਹਾਂ ਤਾਂ ਕਹਿੰਦਾ ਆ, ਮੈਂ ਕੌਣ ਹਾਂ ਜੋ ਫਿਰੌਨ ਕੋਲ ਜਾਵਾਂ। ਹੂ ਐਮ ਆਈ, ਕੌਣ ਹਾਂ ਮੈਂ ਤਾਂ ਮੇਰਾ ਇੱਕ ਮਨੁੱਖ ਹਾਂ, ਔਰ ਉਸ ਰਾਜੇ ਦੇ ਕੋਲ ਜਾਵਾਂਗਾ ਜਿਹਦੇ ਕੋਲ ਮੈਂ ਭੱਜਿਆ, ਔਰ ਜਿਹਨੇ ਮੈਨੂੰ ਮਾਰਨ ਦਾ ਹੁਕਮ ਦਿੱਤਾ ਹੈ। ਮੈਂ ਕੌਣ? ਕਈ ਵਾਰ ਸਾਡੇ ਜੀਵਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਆਉਂਦੀ ਹੈ, ਜਦੋਂ ਪਰਮੇਸ਼ਰ ਸਾਨੂੰ ਚੁਣਦਾ ਹੈ ਅਤੇ ਸਾਨੂੰ ਆਪਣੇ ਉਸ ਸਥਾਨ ਦੇ ਉੱਤੇ ਘੱਲਦਾ ਹੈ ਜਿੱਥੇ ਅਸੀਂ ਪਰਮੇਸ਼ਰ ਦੀ ਮਹਿਮਾ ਕਰਨੀ ਹੈ, ਤਾਂ ਉੱਥੇ ਅਸੀਂ ਆਪਣੇ ਆਪ ਨੂੰ ਕਮਜ਼ੋਰ ਪਾਉਂਦੇ ਹਾਂ, ਮਹਿਸੂਸ ਕਰਦੇ ਹਾਂ, ਨਹੀਂ ਮੈਂ ਕੀ ਪ੍ਰਚਾਰ ਕਰਾਂਗਾ, ਮੈਂ ਕੀ ਬੋਲਾਂਗਾ। ਪਿਛਲੇ ਦਿਨ ਹੀ ਮੈਨੂੰ ਇਹ ਗੱਲ ਪਤਾ ਲੱਗੀ ਸੀ, ਔਰ ਕਿ ਵਚਨ ਦਿੱਤਾ, ਪਤਾ ਨਹੀਂ ਕਿੱਦਾਂ ਦਿੱਤਾ ਹੋਊਗਾ, ਕਿਸੇ ਨੂੰ ਸੁਣਾਇਆ ਹੈ, ਪਰ ਪਰਮੇਸ਼ਵਰ ਨੇ ਯੂਜ਼ ਕੀਤਾ ਹੈ ਨਾ। ਯੂਜ਼ ਕਰਨ ਵਾਲਾ ਕੌਣ ਹੈ? ਮੈਂ ਕੁਛ ਵੀ ਨਹੀਂ। ਬਾਈਬਲ ਦੇ ਵਿੱਚ ਲਿਖਿਆ, ਪਰਮੇਸ਼ਵਰ ਨੇ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ। ਪਰਮੇਸ਼ਰ ਨਿਰਬੁੱਧਾਂ ਨੂੰ ਚੁਣਿਆ ਹੈ
ਜਿਨ੍ਹਾਂ ਕੋਲ ਗਿਆਨ ਨਹੀਂ। ਮੈਂ ਸਮਝਦਾ ਹਾਂ ਮੂਸਾ ਨੂੰ ਚੁਣਿਆ ਗਿਆ ਤਾਂ ਮੂਸਾ ਸੰਸਾਰ ਦੇ ਗਿਆਨ ਨਾਲ ਭਰਪੂਰ ਸੀ, ਯੁੱਧ ਦੀ ਕਲਾ ਵੀ ਜਾਣਦਾ ਸੀ ਕਿਉਂਕਿ ਫਿਰੌਨ ਦੇ ਕਿਲੇ ਦੇ ਵਿੱਚ ਰਿਹਾ, ਵਿਦਿਆ ਦੇ ਵਿੱਚ ਵੀ ਆਪਣਾ ਸੰਪੂਰਨ ਹੋਏਗਾ ਕਿਉਂਕਿ ਉਹਨੇ ਵਿਦਿਆ ਉੱਥੇ ਰਾਜੇ ਫਿਰੌਨ ਦੇ ਘਰ ਤੋਂ ਲਈ ਸੀ। ਇੱਕ ਅੱਛਾ ਖਜ਼ਾਨਚੀ ਵੀ ਹੋਵੇਗਾ, ਇੱਕ ਯੋਜਨਾ, ਇੱਕ ਅੱਛਾ ਸਲਾਹਕਾਰ ਵੀ ਹੋਵੇਗਾ ਕਿਉਂਕਿ ਉਹ ਫਿਰੌਨ ਦੇ ਰਾਜ ਵਿੱਚ ਸੀ, ਫਿਰੌਨ ਦੇ ਉੱਤੇ ਅਗਲੀ ਰਾਜਗੱਦੀ ਦੇ ਉੱਤੇ ਬੈਠਣ ਵਾਲਾ ਸੀ, ਕਿਉਂਕਿ ਫਿਰੌਨ ਨੇ ਕਹਿ ਦਿੱਤਾ ਸੀ ਮੇਰੇ ਤੋਂ ਬਾਅਦ ਇਹ ਬੈਠੇਗਾ। ਇੰਨਾ ਸਭ ਕੁਝ ਹੁੰਦੇ ਹੋਏ ਵੀ ਜਦੋਂ ਪਰਮੇਸ਼ਰ ਨੇ ਮੋਸਸ ਨੂੰ ਸੱਦਿਆ ਤਦ ਮੋਸਸ ਨੇ ਆਪਣੇ ਆਪ ਨੂੰ ਕਮਜ਼ੋਰ ਪਾਇਆ। ਮੈਂ ਕੌਣ ਹਾਂ? ਫਿਰੌਨ ਕੋਲ ਜਾਵਾਂ, ਮੈਂ ਕੌਣ ਹਾਂ? ਪਰ ਜਨਾਬ ਮੂਸਾ ਦੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਸੀ, ਕਿਸੇ ਮਨੁੱਖ ਦਾ ਨਹੀਂ ਸੀ, ਕਿਸੇ ਦੇਵ ਦਾ ਨਹੀਂ ਸੀ, ਕਿਸੇ ਜਾਤੀ ਦਾ ਨਹੀਂ ਸੀ, ਕਿਸੇ ਮਹਾਰਾਜਾ ਦਾ ਨਹੀਂ ਸੀ, ਸਿਰਫ ਇੱਕ ਜੀਵਿਤ ਪਰਮੇਸ਼ਰ ਦਾ ਚੁਣਾਵ ਉਹਦੇ ਜੀਵਨ ਦੇ ਵਿੱਚ ਸੀ। ਤੁਸੀਂ ਇੱਥੇ ਬੈਠੇ ਹੋ, ਤੁਸੀਂ ਇੱਥੇ ਆਏ ਹੋ, ਇਹ ਤੁਹਾਡਾ ਚੁਣਾਵ ਨਹੀਂ, ਆਵਰ ਗॉड, ਸਾਡੇ ਪਰਮੇਸ਼ਰ ਦਾ ਚੁਣਾਵ ਹੈ ਕਿ ਤੁਸੀਂ ਇੱਥੇ ਆਓ ਅਤੇ ਬੈਠੋ। ਮੈਂ ਪਰਮੇਸ਼ਰ ਦੀ ਮਹਿਮਾ ਨਹੀਂ ਕਰ ਸਕਦਾ, ਉਹਦੀ ਮਰਜ਼ੀ ਤੋਂ ਇਲਾਵਾ ਉਹ ਮੈਨੂੰ ਇਸਤੇਮਾਲ ਕਰਦਾ ਹੈ ਤਾਂ ਅਸੀਂ ਇਸਤੇਮਾਲ ਹੁੰਦੇ ਹਾਂ, ਕਿਉਂਕਿ ਹਰ ਇੱਕ ਭਾਂਡੇ ਦਾ ਪਰਮੇਸ਼ਰ ਦੇ ਅੱਗੇ ਪ੍ਰਯੋਜਨ ਹੈ, ਉਸ ਦਾ ਇਸਤੇਮਾਲ ਕਰਨ ਦਾ ਪਰਮੇਸ਼ਰ ਕੋਲ ਤਰੀਕਾ ਹੈ। ਪਰ ਕਰਨਾ ਕੀ ਹੈ? ਆਪਣੇ ਆਪ ਨੂੰ ਜਿਸ ਤਰ੍ਹਾਂ ਮਿੱਟੀ ਕੁਮਾਰ ਦੇ ਹੱਥ ਵਿੱਚ ਆਪਣੇ ਆਪ ਨੂੰ ਸਰੈਂਡਰ ਕਰਦੀ ਹੈ, ਉਸੇ ਤਰ੍ਹਾਂ ਮੈਂ ਵੀ ਪਰਮੇਸ਼ਰ ਦੇ ਹੱਥਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ। ਪਰਮੇਸ਼ਰ, ਮੈਂ ਤੇਰਾ ਬਰਤਨ ਹਾਂ, ਤੂੰ ਮੈਨੂੰ ਚੁਣਿਆ ਹੈ, ਤੂੰ ਮੈਨੂੰ ਇਸਤੇਮਾਲ ਕਰ। ਸਾਡੇ ਜੀਵਨ ਵਿੱਚ ਇਹ ਆਵਾਜ਼ ਨਹੀਂ ਹੈ। ਅਸੀਂ ਆਪਣੀ ਸੋਚ ਦੇ ਨਾਲ, ਆਪਣੇ ਵਿਚਾਰ ਦੇ ਨਾਲ ਮੈਂ ਕਿਉਂ ਕਰਾਂ, ਜਿਸ ਤਰ੍ਹਾਂ ਮੂਸਾ ਨੇ ਕਿਹਾ ਮੈਂ ਕੌਣ, ਆਪਣੀ ਕਮਜ਼ੋਰੀ ਨੂੰ ਅਸੀਂ ਆਪਣੇ ਮੋਹਰੇ ਰੱਖਦੇ। ਮੈਨੂੰ ਪਰਮੇਸ਼ਰ ਕਹਿੰਦਾ ਫਲਾਨੀ ਜਗ੍ਹਾ ਤੇ ਮੈਂ ਸਵਾਲ ਕਰਾਂ, ਮੈਂ ਕਿਉਂ ਜਾਵਾਂ? ਮੇਰਾ ਉੱਥੇ ਜਾਣ ਦਾ ਕੀ ਫਾਇਦਾ? ਉੱਥੇ ਦੇ ਲੋਕ ਯੋਨਾ ਦੀ ਤਰ੍ਹਾਂ ਮੈਂ ਕਹਾਂ ਮੈਨੂੰ ਮਾਰ ਦੇਣਗੇ, ਮੈਂ ਉਹਨਾਂ ਦੇ ਵਿਰੁੱਧ ਗੱਲ ਕਰਾਂਗਾ ਤਾਂ ਮੈਨੂੰ ਕਦੇ ਛੱਡਣਗੇ ਨਹੀਂ। ਮੇਰੇ ਖੁਦ ਦੇ ਸਵਾਲ ਮੇਰੇ ਜੀਵਨ ਦੇ ਵਿੱਚ ਮੇਰੀ ਆਤਮਿਕ ਗਰੋਥ ਨੂੰ ਨਿਰਾਸ਼ਾ ਦੇ ਵਿੱਚ ਲੈ ਜਾਂਦੇ ਹੈ। ਮੈਂ ਕਦੇ ਅੱਗੇ ਨਹੀਂ ਵੱਧ ਸਕਦਾ। ਬਾਈਬਲ ਦੇ ਵਿੱਚ ਪ੍ਰਭੂ ਨੇ ਕਿਹਾ ਜੇ ਤੁਸੀਂ ਮੇਰੇ ਵਿੱਚ ਵਧਣਾ ਚਾਹੁੰਦੇ ਹੋ, ਤੁਸੀਂ ਕੀ ਕਰੋ? ਆਪਣੇ ਵਿਚਾਰਾਂ ਨੂੰ, ਆਪਣੇ ਆਪ ਨੂੰ ਸ਼ੂਨਯ ਕਰ ਦਿਓ, ਜ਼ੀਰੋ ਕਰ ਦਿਓ। ਪਰਮੇਸ਼ਰ, ਮੈਂ ਜ਼ਿੰਦਾ ਨਹੀਂ, ਹੁਣ ਤੂੰ ਮੇਰੇ ਵਿੱਚ ਜ਼ਿੰਦਾ ਹੈ। ਔਰ ਮੈਂ ਇਹ ਸਮਝਦਾ ਮੂਸਾ ਦੇ ਜੀਵਨ ਦੇ ਵਿੱਚ ਸਵਾਲ ਆਇਆ, ਮੈਂ ਕੌਣ? ਇੱਕ ਹੋਰ ਅਸੀਂ ਉਹਦਾ ਪੜ੍ਹ ਲੈਂਦੇ ਹਾਂ, ਮੂਸਾ ਕੀ ਕਹਿੰਦਾ ਹੈ। 4:10 ਪੜ੍ਹਿਓ ਇਹਦਾ ਹੀ ਕੂਚ ਦਾ। ਤਦ ਮੂਸਾ ਨੇ ਯਹੋਵਾ ਨੂੰ ਆਖਿਆ, ਹੇ ਪ੍ਰਭੂ, ਮੈਂ ਧੜੱਲੇ ਦਾ ਗੱਲਾਂ ਕਰਨ ਵਾਲਾ ਮਨੁੱਖ ਨਹੀਂ ਹਾਂ, ਨਾ ਅੱਗੇ ਸਾਂ ਨਾ ਜਦ ਤੋਂ ਤੂੰ ਆਪਣੇ ਦਾਸ ਨਾਲ ਬੋਲਿਆ, ਕਿਉਂ ਜੋ ਮੇਰੀ ਬੋਲੀ ਢਿੱਲੀ ਹੈ, ਮੇਰੀ ਜੀਭ ਮੋਟੀ ਹੈ। ਮੋਟੀ ਮੈਂ ਜੀ ਤਤਲਾਉਂਦਾ, ਕਿਸੇ ਨੂੰ ਕਹਿ ਦਈਏ ਨਾ ਜਾ ਉੱਥੇ ਜਾ ਕੇ, ਮੈਂ ਭਾਜੀ ਕੀ ਬੋਲੂੰਗਾ, ਕੀ ਗੱਲ ਕਰੂੰਗਾ। ਇਬਰਾਨੀਆਂ ਦੇ ਵਿੱਚ ਪੌਲਸ ਕਹਿੰਦਾ ਹੈ 5 ਅਧਿਆਏ 'ਚ, ਸਮੇਂ ਦੇ ਅਨੁਸਾਰ ਤਾਂ ਤੁਹਾਨੂੰ ਗੁਰੂ ਹੋ ਜਾਣਾ ਚਾਹੀਦਾ, ਤੇ ਤੁਸੀਂ ਹਜੇ ਵੀ ਕਹਿੰਦੇ ਸਾਨੂੰ ਦੁੱਧ ਪਿਲਾਓ। ਦੁੱਧ ਪਿਲਾਉਣ ਦਾ ਮਤਲਬ ਸਾਨੂੰ ਵਾਰ-ਵਾਰ ਗੋਸਪਲ ਹੀ ਸੁਣਾਈ ਜਾਓ, ਗੋਸਪਲ। ਅਸੀਂ ਆਤਮਿਕ ਰੀਤੀ ਦੇ ਨਾਲ ਅੰਨ ਨੂੰ ਚੱਬਣਾ ਅਤੇ ਖਾਣਾ ਨਹੀਂ ਚਾਹੁੰਦੇ।
मैं आपको एक चीज़ दस देना चाहना हाँ, मैं 5 साल बाइबल कॉलेज ਦੇ ਵਿੱਚ ਸਿੱਖਿਆ, ਪਰ ਹਜੇ ਵੀ मैं कहना मैं ਨਿਪੁੰਨ नहीं हाँ। मैं ਗਿਆਨਵਾਨ नहीं हाँ, बुझवान नहीं। मैं नित प्रतिदिन ਜਦੋਂ ਵਚਨ ਨੂੰ ਪੜ੍ਹਦਾ ਤਾਂ ਪ੍ਰਭੂ ਨਿਤ प्रतिदिन ਮੈਨੂੰ ਨਵੀਆਂ ਗੱਲਾਂ ਸਿਖਾਉਂਦਾ ਹੈ। मैं संपूर्ण नहीं, संपूर्ण ਇੱਕੋ ਹੈ। ਉਹ ਕੌਣ ਹੈ? ਆਵਰ ਗॉड, ਜਿਹਨੇ ਮੈਨੂੰ ਅਤੇ ਆਪ ਨੂੰ ਚੁਣਿਆ। ਕਿਸ ਪਰਪਸ ਦੇ ਲਈ ਚੁਣਿਆ ਇਹ ਵੀ ਪਤਾ ਲੱਗਦਾ ਹੈ। ਇੱਥੇ ਮੋਸਸ ਦੇ ਜੀਵਨ ਦੇ ਵਿੱਚ ਪਰਮੇਸ਼ਰ ਦਾ ਚੁਣਾਵ ਕੀ ਸੀ? ਇਸਰਾਇਲ ਪ੍ਰਜਾ ਨੂੰ ਫੈਰੋਨ ਦੀ ਗੁਲਾਮੀ ਤੋਂ ਛੁਡਾ ਕੇ ਆਪਣੀ ਉਪਾਸਨਾ ਦੇ ਲਈ ਆਪਣੇ ਕੋਲ ਬੁਲਾਉਣਾ ਅਤੇ ਸੱਦਣਾ। ਇਸ ਗੱਲ ਨੂੰ ਅਸੀਂ ਕਿੱਥੇ ਪੜ੍ਹਦੇ ਹਾਂ? 12 ਆਇਤ ਦੇ ਵਿੱਚ। ਮੇਰਾ ਸਵਾਲ ਹੈ ਪਹਿਲਾ, ਮੈਂ ਕੌਣ? ਦੂਸਰਾ, ਮੈਂ ਇਸ ਯੋਗ ਨਹੀਂ ਕਿ ਮੈਂ ਬੋਲ ਸਕਾਂ, ਮੈਂ ਹੱਕ ਲਾਉਣਾ, ਮੇਰੇ ਵਿੱਚ ਡਰ ਹੈ, ਮੇਰੇ ਵਿੱਚ ਆਪਣਾ ਇੰਨਾ ਗਿਆਨ ਨਹੀਂ, ਜੇ ਉਹ ਕੋਈ ਸਵਾਲ ਪੁੱਛਣ ਮੈਂ ਦੱਸ ਨਹੀਂ ਸਕਦਾ। ਅਸੀਂ ਵੀ ਮੂਸਾ ਦੀ ਤਰ੍ਹਾਂ ਅੱਗੇ ਨਾ ਵਧਣ ਵਾਲੇ। ਮੂਸਾ ਨੂੰ ਪਰਮੇਸ਼ਰ ਨੇ ਸੱਦਿਆ ਤੇ ਕਿਹਾ ਜਾ ਮੇਰੀ ਪ੍ਰਜਾ ਦੇ ਨਾਲ ਜਾ ਕੇ ਗੱਲ ਕਰ ਅਤੇ ਫਿਰ ਆਉਂਦੇ। ਪਰ ਮੋਸਸ ਤਾਂ ਨਹੀਂ ਜੀ ਨਹੀਂ। ਕਈ ਵਾਰ ਸਾਡੇ ਵਿੱਚ ਵੀ ਕਹਿ ਦਿੰਦੇ ਕਿ ਇਹ ਤਾਂ ਕੰਮ ਪਾਸਟਰ ਦਾ, ਸਾਡਾ ਤਾਂ ਹੈ ਹੀ ਨਹੀਂ। ਅਸੀਂ ਵੀ ਇਹ ਕਹਿ ਦਿੰਦੇ, ਨਥਿੰਗ ਐਲਸ। ਬਾਈਬਲ ਦੇ ਵਿੱਚ ਪਰਮੇਸ਼ਰ ਪੁੱਤਰ ਨੇ ਕਿਹਾ ਤੁਸੀਂ ਸਭੋ ਪਰਮੇਸ਼ਰ ਦੀ ਸੰਤਾਨ ਬਣ ਜਾਓ ਤੇ ਤੁਸੀਂ ਸਭੋ ਮੇਰੇ ਵਰਗੇ ਹੋ ਜਾਓ। ਪ੍ਰਭੂ ਯਿਸੂ ਮਸੀਹ ਆਪਣੇ ਵਰਗੇ ਹੋਣ ਦੀ ਚੁਆਇਸ, ਆਪਣੇ ਵਰਗੇ ਹੋਣ ਦਾ ਇੱਛਾ ਮੇਰੇ ਪ੍ਰਤੀ ਅਤੇ ਆਪ ਦੇ ਪ੍ਰਤੀ ਰੱਖਦਾ ਹੈ। ਹੁਣ ਸਵਾਲ ਇਹ ਹੈ ਕਿ ਮੈਂ ਉਹਦੇ ਵਰਗੇ ਬਣਨਾ ਜਾਂ ਨਹੀਂ ਬਣਨਾ। ਉਹਦੇ ਲਈ ਉਹਨੇ ਮੈਨੂੰ ਫਰੀडम ਦਿੱਤੀ ਹੋਈ ਹੈ। ਉਹਨੇ ਮੇਰੀ ਲੱਤ ਨਹੀਂ ਫੜੀ ਆ ਵੀ ਨਹੀਂ ਤੂੰ ਕਰਨਾ ਹੀ। ਪਰ ਜੱਜਮੈਂਟ, ਜਦੋਂ ਜੱਜਮੈਂਟ ਹੋਏਗੀ ਤਾਂ ਉਸ ਦਾ ਨਿਆਂ ਮੈਨੂੰ ਉਹਦੇ ਅੱਗੇ ਦੇਣਾ ਪਏਗਾ। ਬਚ ਨਹੀਂ ਸਕਦੇ। ਪਰ ਮੋਸਸ ਦੇ ਇਸ ਸਵਾਲ ਦੇ ਅੱਗੇ ਪਰਮੇਸ਼ਰ ਨੇ ਮੋਸਸ ਨੂੰ ਇੱਕ ਗੱਲ ਕਹੀ ਹੈ। 12 ਆਇਤ ਪੜ੍ਹੋ ਇਹਦੀ, 3 ਦੀ 12। ਉਸ ਆਖਿਆ ਮੈਂ ਤੇਰੇ ਨਾਲ ਹੋਵਾਂ। ਬਸ ਰੁਕ ਜਾਓ ਇੱਥੇ, ਥੰਮ ਜਾਓ ਇੱਥੇ। ਮੇਰਾ ਪਰਮੇਸ਼ਰ ਆਪ ਸਭ ਨੂੰ ਅਤੇ ਮੈਨੂੰ ਇਹ ਗੱਲ ਆਖ ਰਿਹਾ ਹੈ। ਕੀ ਕਹਿ ਰਿਹਾ ਹੈ? ਮੈਂ ਤੇਰੇ ਨਾਲ ਹੋਵਾਂਗਾ। ਕਿੰਨੀ ਵੱਡੀ ਗੱਲ ਹੈ। ਤੂੰ ਜਾ, ਤੂੰ ਮੇਰੀ ਭਗਤੀ ਕਰ, ਤੈਨੂੰ ਡਰਨ ਦੀ ਲੋੜ ਨਹੀਂ, ਤੈਨੂੰ ਘਾਬਰਨ ਦੀ ਲੋੜ ਨਹੀਂ। I am with you, ਮੈਂ ਤੇਰੇ ਨਾਲ। ਅਸੀਂ ਇਸ ਮਹਾਮਾਰੀ ਦੇ ਰੂਪ ਦੇ ਵਿੱਚ ਰੁਕੇ ਹੋਏ ਹਾਂ। ਅਸੀਂ ਇਸ ਮਹਾਮਾਰੀ ਦੇ ਰੂਪ ਦੇ ਵਿੱਚ ਆਪਣੇ ਆਪ ਦੇ ਵਿੱਚ ਡਰ ਪਾਲ ਕੇ ਬੈਠੇ ਹੋਏ ਹਾਂ। ਪਰ ਹੁਣ ਅੱਗੇ ਜੋ ਹੋਣ ਵਾਲਾ ਹੈ, ਇਸ ਤੇ ਅੱਗੇ ਤੁਸੀਂ ਆਪ ਘਰਾਂ ਦੇ ਵਿੱਚ ਜਾ ਕੇ ਪੜ੍ਹਿਓ ਕਿੱਦਾਂ ਪਰਮੇਸ਼ਰ ਨੇ ਇਸਰਾਇਲ ਨੂੰ 10 ਮਹਾਮਾਰੀਆਂ ਦੇ ਵਿੱਚ ਸੁਰੱਖਿਅਤ ਕਰਕੇ ਰੱਖਿਆ। ਵੰਡਰਫੁਲ ਗॉड, ਲਿਵਿੰਗ ਗॉड, risen of the righteousness, alive God, ਧਾਰਮਿਕ ਪਰਮੇਸ਼ਰ, ਜੀ ਉੱਠਣ ਵਾਲਾ ਪਰਮੇਸ਼ਰ, ਉਹ ਮੇਰੇ ਅਤੇ ਆਪ ਦੇ ਨਾਲ ਹੈ। ਮੈਨੂੰ ਛੱਡਣਾ ਨਹੀਂ ਚਾਹੁੰਦਾ। ਭਾਵੇਂ ਮੈਂ ਬੋਲਣ ਦੇ ਵਿੱਚ ਭੱਦਾਂ, ਭਾਵੇਂ ਮੈਂ ਆਪਣਾ ਖਾਲੀ ਹਾਂ, ਭਾਵੇਂ ਮੇਰੇ ਕੋਲ ਕੋਈ ਗਿਆਨ ਨਹੀਂ, ਪਰ ਪਰਮੇਸ਼ਰ ਮੈਨੂੰ ਕੀ ਕਹਿੰਦਾ ਹੈ? ਮੈਂ ਤੁਹਾਡੇ ਨਾਲ। ਤੁਹਾਡੇ ਨਾਲ ਦੇ ਨਾਲ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਹਾਂ। ਜਦੋਂ ਪ੍ਰਭੂ ਯਿਸੂ ਮਸੀਹ ਦੇ ਕੋਲ ਚੇਲਿਆਂ ਨੇ ਬੱਚਿਆਂ ਨੂੰ ਜਾਣ ਲਈ ਰੋਕਿਆ ਤਾਂ ਪਰਮੇਸ਼ਰ ਨੇ ਕੀ ਕਿਹਾ? ਬੱਚਿਆਂ ਨੂੰ ਮੇਰੇ ਕੋਲ। ਹਜੇ ਕਹਿੰਦੇ ਬੱਚਿਆਂ ਨੂੰ ਬੁੱਧ ਨਹੀਂ ਹੁੰਦੀ। ਉਹਨਾਂ ਨੂੰ ਪਤਾ ਨਹੀਂ ਹੁੰਦਾ ਖੱਟਾ ਮਿੱਠਾ ਕੀ ਅਸੀਂ ਦਿੰਦੇ ਹਾਂ, ਜਾਣਕਾਰੀ ਅਸੀਂ ਦਿੰਦੇ ਹਾਂ ਉਹਨੂੰ।
ਪਰ ਪਰਮੇਸ਼ਰ ਉਹਨਾਂ ਬੱਚਿਆਂ ਦੇ ਲਈ ਵੀ ਕੀ ਕਹਿੰਦਾ ਹੈ, ਇਹਨਾਂ ਮੂਰਖਾਂ ਨੂੰ ਵੀ ਮੇਰੇ ਕੋਲ ਆਉਣ ਦਿਓ। ਆਈ ਐਕਸੈਪਟਡ। ਹਰ ਇੱਕ ਗੰਦੇ ਤੋਂ ਗੰਦੇ ਵਿਅਕਤੀ ਨੂੰ ਪਰਮੇਸ਼ਰ ਐਕਸੈਪਟ ਕਰਦਾ ਹੈ ਸ਼ੁੱਧ ਹੋਣ ਦੇ ਲਈ। ਪਾਪ ਤੋਂ ਪਵਿੱਤਰ ਹੋਣ ਦੇ ਲਈ, ਪਰਮੇਸ਼ਰ ਦੀ ਸੰਤਾਨ ਬਣਨ ਦੇ ਲਈ ਉਹ ਉਸ ਨੂੰ ਆਪਣੇ ਕੋਲ ਬੁਲਾਉਂਦਾ ਹੈ। ਉਹਨੇ ਮੂਸਾ ਨੂੰ ਵੀ ਆਪਣੇ ਕੋਲ ਬੁਲਾਇਆ। ਜਦੋਂ 3 ਅਧਿਆਏ ਪੜ੍ਹਦੇ ਹਾਂ ਤਾਂ ਉਸ ਦੇ ਵਿੱਚ ਪਰਮੇਸ਼ਰ ਕਹਿੰਦਾ ਹੈ ਮੋਸਸ ਨੂੰ, ਤੂੰ ਮੇਰੇ ਕੋਲ ਆ ਤਾਂ ਰਿਹਾ ਪਰ ਆਪਣੀ ਜੁੱਤੀ ਪੈਰੋਂ ਲਾ ਕੇ ਆ। ਇਹਦਾ ਮਤਲਬ ਪਵਿੱਤਰ ਕਰਕੇ ਪਰਮੇਸ਼ਰ ਮੈਨੂੰ ਅਤੇ ਆਪ ਨੂੰ ਬੁਲਾ ਰਿਹਾ। ਇਹਦਾ ਮਤਲਬ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਮੋਸਸ ਨੂੰ ਬੁਲਾਇਆ, ਉਹਨੂੰ ਸ਼ੁੱਧ ਕੀਤਾ, ਖਾਲਸ ਕੀਤਾ। ਖਾਲਸ ਹੋਣ ਤੋਂ ਬਾਅਦ ਪਰਮੇਸ਼ਰ ਨੇ ਉਹਨੂੰ ਮਿਨਿਸਟਰੀ ਦਿੱਤੀ। ਕੀ ਦਿੱਤੀ ਹੈ? ਸੇਵਾ, ਕਾਰਜ। ਭਾਵੇਂ ਤੁਸੀਂ ਕੋਈ ਵੀ ਕੰਮ ਕਰਦੇ ਹੋਵੋ, ਭਾਵੇਂ ਤੁਸੀਂ ਟੇਲਰਿੰਗ ਦਾ ਕੰਮ ਕਰਦੇ ਹੋ, ਭਾਵੇਂ ਮਜ਼ਦੂਰੀ ਦਾ ਕੰਮ ਕਰਦੇ ਹੋ, ਭਾਵੇਂ ਜੌਬ ਦਾ ਕੰਮ ਕਰਦੇ ਹੋ, ਭਾਵੇਂ ਕੁਝ ਵੀ ਕਰਦੇ ਹੋ, ਭਾਵੇਂ ਤੁਸੀਂ ਪੜ੍ਹਦੇ ਹੋ, ਪਰਮੇਸ਼ਵਰ ਨੇ ਤੁਹਾਨੂੰ ਆਪਣੀ ਮਿਨਿਸਟਰੀ ਦੇ ਲਈ, ਆਪਣੇ ਕਾਰਜ ਦੇ ਲਈ ਸੱਦਿਆ। ਉੱਥੇ ਮੈਂ ਨਹੀਂ ਕਹਿ ਸਕਦਾ ਮੋਸਸ ਦੀ ਤਰ੍ਹਾਂ, ਮੈਂ ਕੌਣ, ਮੈਂ ਕੌਣ? ਪਰਮੇਸ਼ਰ ਪੁੱਤਰ ਨੇ ਕਿਹਾ ਯੂ ਆਰ ਮਾਈ ਸਨ, ਤੁਸੀਂ ਮੇਰੇ ਬੱਚੇ ਹੋ, ਮੈਂ ਤੁਹਾਨੂੰ ਆਪਣਾ ਕੰਮ ਦਿੰਦਾ। ਜਦੋਂ ਬੱਚੇ ਬੜੇ ਹੋ ਜਾਂਦੇ ਆ ਤਾਂ ਮਾਂ ਬਾਪ ਕੀ ਕਹਿੰਦੇ ਆ? ਹਾਂਜੀ, ਜਦੋਂ ਬੱਚੇ ਬੜੇ ਹੋ ਜਾਂਦੇ ਆ ਤਾਂ ਮਾਂ ਬਾਪ ਕੀ ਕਹਿੰਦੇ? ਹਾਂਜੀ, ਹਾਂਜੀ, ਜਦੋਂ ਬੱਚੇ ਬੜੇ ਹੋ ਜਾਂਦੇ ਤਾਂ ਮਾਂ ਬਾਪ ਕੀ ਕਹਿੰਦੇ? ਮਤਲਬ ਕਿ ਜਿੱਦਾਂ ਮੋਸਸ ਦੀ ਤਰ੍ਹਾਂ ਕਾਬਲੀਅਤ ਹੋ ਗਈ, ਡਿਗਰੀ ਵੀ ਪ੍ਰਾਪਤ ਕਰ ਲਈ, ਸਭ ਕੁਝ ਪ੍ਰਾਪਤ ਕਰ ਲਈ, ਫਿਰ ਕੀ ਕਹਿੰਦੇ ਹਨ? ਹੈ ਆਪਣੇ ਪੈਰਾਂ ਤੇ ਆਪ ਖੜਾ। ਹਾਂ, ਕੰਮ ਕਰ। ਹੁਣ ਤੁਹਾਡਾ ਮਿਸ਼ਨ ਸ਼ੁਰੂ ਹੋ ਗਿਆ। ਇੱਥੇ ਮੋਸਸ ਨੂੰ ਪਰਮੇਸ਼ਰ ਨੇ ਆਪਣਾ ਬੱਚਾ ਬਣਾ ਲਿਆ, ਉਹਨੂੰ ਦੱਸਤਾ, ਉਹਨੂੰ ਇੱਕ ਮਿਸ਼ਨ ਦਿੱਤਾ, ਵਰਕ ਦਿੱਤਾ। ਮਿਸ਼ਨ ਕੀ ਦਿੱਤਾ? ਤੈਂ ਮਿਸਰ ਦੇ ਵਿੱਚ ਮੇਰੀ ਪ੍ਰਜਾ ਨੂੰ ਛੁਡਾਉਣਾ। ਜਦੋਂ ਇਹ ਸਾਨੂੰ ਕੰਮ ਮਿਲਦਾ ਹੈ ਨਾ, ਕਈ ਬੰਦੇ ਕੀ ਹੋ ਜਾਂਦੇ? ਢੀਠ ਹੋ ਜਾਂਦੇ, ਆਲਸੀ। ਉਹ ਹੋ ਜਾਊਗਾ, ਚੱਲ। ਪਰਮੇਸ਼ਰ ਦੀ ਪ੍ਰਜਾ ਆਲਸੀ ਨਹੀਂ, ਆਲਸੀ ਕੁਛ ਹੋਵੇ ਨਾ ਹੋਵੇ, ਕੁਛ ਕਰਦੇ ਰਹਿਣਾ। ਮੇਰੇ ਕੋਲ ਪਿਛਲੇ ਦਿਨਾਂ ਦੇ ਵਿੱਚ ਭਾਈ ਡਾਕਟਰ ਜਿਹੜੇ ਆਉਂਦੇ ਸੀ ਕਿ ਮੈਂ ਡਾਕਟਰੀ ਕਰਦਾ ਪਰ ਮੈਂ ਵਿਹਲਾ ਨਹੀਂ ਰਹਿੰਦਾ, ਮੈਂ ਕੰਮ ਕਰਦਾ ਰਹਿੰਦਾ। ਕਿਸੇ ਤਰ੍ਹਾਂ ਦਾ ਵੀ ਕੰਮ ਹੋਵੇ, ਘਰ ਦੇ ਵਿੱਚ ਲੱਗਾ ਹੀ ਰਹਿਣਾ, ਕਿਉਂਕਿ ਮੈਨੂੰ ਵਰਕ ਦਿੱਤਾ ਹੈ। ਕਿਸ ਗੱਲ ਦਾ ਵਰਕ ਦਿੱਤਾ ਹੈ? ਪਰਿਵਾਰ ਦੀ ਸੇਵਾ ਦਾ। ਉਹਨੂੰ ਪਾਲਣਾ ਹੈ, ਉਹਨੂੰ ਉਹਦੀ ਮੰਜ਼ਿਲ ਤੇ ਪਹੁੰਚਾਉਣਾ ਹੈ। ਤੁਹਾਡਾ ਵੀ ਇਹ ਕੰਮ ਹੈ। ਪਰਮੇਸ਼ਰ ਨੇ ਹੋ ਸਕਦਾ ਤੁਹਾਨੂੰ ਵੀ ਇੱਕ ਇਸ ਤਰ੍ਹਾਂ ਦਾ ਵਰਕ। ਉੱਥੇ ਮੈਨੂੰ ਐ ਮੈਂ ਕੌਣ, ਮੈਂ ਕਿਉਂ ਕਰਾਂ? ਕਰਨਾ ਹੈ। ਇਸ ਆਲਸ ਦੇ ਪੜਾਵ ਨੂੰ, ਇਸ ਕਮਜ਼ੋਰੀ ਦੇ ਪੜਾਵ ਨੂੰ ਪਰਮੇਸ਼ਰ ਨੇ ਦੂਰ ਕਰਨ ਦੇ ਲਈ 12 ਆਇਤ ਦੇ ਵਿੱਚ ਉਹਨੂੰ ਕਿਹਾ I am with you, ਮੈਂ ਤੇਰੇ ਨਾਲ ਹਾਂ, ਤੈਨੂੰ ਡਰਨ ਦੀ ਲੋੜ ਨਹੀਂ। ਮੈਂ ਨਿਤ ਪ੍ਰਤੀ ਦਿਨ ਤੇਰੀ ਪਾਲਣਾ ਕਰਨ ਵਾਲਾ, ਨਿਤ ਪ੍ਰਤੀ ਦਿਨ ਮੈਂ ਤੈਨੂੰ ਭੋਜਨ ਦੇਣ ਵਾਲਾ, ਨਿਤ ਪ੍ਰਤੀ ਦਿਨ ਮੈਂ ਤੈਨੂੰ ਸਾਹ ਦੇਣ ਵਾਲਾ, ਨਿਤ ਪ੍ਰਤੀ ਦਿਨ ਮੈਂ ਤੇਰੀਆਂ ਅੱਖਾਂ ਖੋਲਣ ਵਾਲਾ। I am your God, ਮੈਂ ਤੇਰਾ ਪਰਮੇਸ਼ਰ। ਮੈਂ ਉਸ ਗੱਲ ਦੇ ਪਿੱਛੇ ਚੱਲਣਾ ਹੈ। ਮੈਨੂੰ ਪਰਮੇਸ਼ਵਰ ਨੇ ਆਪਣੇ ਕੋਲ ਬੁਲਾਇਆ ਹੈ। ਪਰਮੇਸ਼ਵਰ ਨੇ ਮੇਰੇ ਨਾਲ ਗੱਲ ਕੀਤੀ ਹੈ। ਮੈਂ ਕਦੇ ਵੀ ਆਪਣੇ ਆਪ ਨੂੰ ਨਿਰਾਸ਼ ਨਹੀਂ ਕਰਨਾ। ਪਰਮੇਸ਼ਵਰ ਨੇ ਬੁਲਾਇਆ, ਕਾਹਦੇ ਲਈ ਬੁਲਾਇਆ? ਕਹਿੰਦਾ ਇਨ ਪਰਜਾ ਨੂੰ ਛੁਡਾ ਕੇ, ਅੱਗੇ ਪੜ੍ਹਨਾ ਜੀ, ਇਹਦਾ ਆਖਰੀ ਪਾਠ ਦੇ ਵਿੱਚ ਜਾਣਾ ਹੈਗਾ।
ਮੈਂ ਤੈਨੂੰ ਘੱਲਿਆ ਭਾਈ, ਇੱਥੋਂ ਪੜ੍ਹਨਾ ਹੈ 12 ਦੀ। ਤੇ ਜਦ ਤੂੰ ਇਸ ਪਾਜਿਆਂ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਾਂ ਤੁਸੀਂ ਇਸ ਪਹਾੜ ਉੱਤੇ ਪਰਮੇਸ਼ਰ ਦੀ ਉਪਾਸਨਾ ਕਰੋਗੇ। ਪਹਾੜ ਉੱਤੇ ਪਰਮੇਸ਼ਰ ਦੀ ਉਪਾਸਨਾ ਕਰੋਗੇ। ਹਾਂਜੀ। ਸਾਡਾ ਪਹਾੜ ਕੌਣ ਹੈ? Who is your mountain? ਹਾਂਜੀ ਬੇਟਾ, ਤੁਹਾਡਾ ਪਹਾੜ ਕੌਣ ਹੈ? ਹਾਂਜੀ, ਤੁਹਾਡਾ ਪਹਾੜ ਕੌਣ ਹੈ? ਤੁਸੀਂ ਕੌਣ? ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ, ਪ੍ਰਭੂ ਯਿਸੂ ਮਸੀਹ ਨੇ ਕਿਹਾ, ਮੈਂ ਇਸ ਪੱਥਰ ਉੱਤੇ ਆਪਣੀ ਕਲੀਸਿਆ ਬਣਾਵਾਂਗਾ, ਤੁਸੀਂ ਇਸ ਪਹਾੜ ਦੇ ਉੱਤੇ ਮੇਰੀ ਆਰਾਧਨਾ। ਇਹ ਕਲੀਸਿਆ, ਇਹ ਪਹਾੜ ਕਿਹਨੇ ਬਣਾਇਆ? ਪਰਮੇਸ਼ਰ, ਜਿਹਦੇ ਵਿੱਚ ਅਸੀਂ ਉਹਦੀ ਜਿਉਂਦੀ ਕੀ ਕਰ ਰਹੇ ਹਾਂ? ਤੁਸੀਂ ਇਸ ਪਹਾੜ ਦੇ ਉੱਤੇ, ਇਸ ਪਹਾੜ ਦੇ ਉੱਤੇ ਹੁਣ ਭਾਵੇਂ ਹਨੇਰੀਆਂ ਆਉਣ, ਤੂਫਾਨ ਆਵੇ, ਹਵਾ ਆਵੇ, ਇਹ ਪਹਾੜ ਕਦੇ ਟਲੇਗਾ ਨਹੀਂ, ਕਿਉਂਕਿ ਅਸੀਂ ਇਸ ਪਹਾੜ ਦੀ ਪਨਾਹ ਵਿੱਚ ਆ ਚੁੱਕੇ ਹਾਂ। ਕੋਈ ਸਾਡੀ ਜਿੰਦ ਦਾ ਨੁਕਸਾਨ ਨਹੀਂ ਕਰ ਸਕਦਾ। ਬਾਈਬਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ 17 ਅਧਿਆਇ ਯਹੋਨਾ ਦੇ ਵਿੱਚ ਕਿਹਾ, ਜਿਹੜੀਆਂ ਭੇਡਾਂ ਮੇਰੇ ਬਾੜੇ ਦੀਆਂ, ਉਹਨਾਂ ਨੂੰ ਕੋਈ ਮੇਰੇ ਤੋਂ ਖੋਹ ਨਹੀਂ ਸਕਦਾ। ਇਹ ਚੱਟਾਨ ਦੇ ਵਿੱਚ ਜਿਹੜੀਆਂ ਭੇਡਾਂ ਆ ਚੁੱਕੀਆਂ ਹੈ, ਇਹਨਾਂ ਨੂੰ ਕੋਈ ਖੋਹ ਨਹੀਂ ਸਕਦਾ। ਸੰਸਾਰ ਦੇ ਈਸ਼ਵਰ ਦੀ ਕੋਈ ਜ਼ਰੂਰਤ ਨਹੀਂ ਹੈ ਕਿ ਸਾਨੂੰ ਖੋਹ ਸਕੇ, ਪਰ ਸਾਨੂੰ ਆਪਣੇ ਆਪ ਦੇ ਵਿੱਚ ਖਿਆਲ ਰੱਖਣਾ ਹੈ ਕਿ ਅਸੀਂ ਕਿਹਦੇ ਕੋਲ ਆਏ? ਉਸ ਪਰਮੇਸ਼ਰ ਦੇ ਕੋਲ ਆਏ ਹਾਂ, ਜਿਹਨੇ ਮੇਰਾ ਮੁੱਲ ਚੁਕਾ ਕੇ ਮੈਨੂੰ ਆਪਣੀ ਸੰਤਾਨ ਬਣਾ ਕੇ ਆਪਣੀ ਭਗਤੀ ਦੇ ਲਈ ਰਚ ਲਿਆ। ਜਿਸ ਨੇ ਕਿਹਾ ਆਇਆ ਮੈਂ ਹਾਂ, ਜਿਸ ਨੇ 7 ਪ੍ਰਕਾਰ ਯਹੋਨਾ ਦੇ ਵਿੱਚ ਕਿਹਾ ਆਇਆ। ਇੱਥੇ ਪ੍ਰਭੂ ਨੇ ਕਿਹਾ, ਜਦ ਕੋਈ ਲੋਕ ਤੈਨੂੰ ਪੁੱਛਣ ਤਾਂ ਕਹਿਣਾ ਹੈ, ਮੈਂ ਉਹ ਨਾਮ ਜਿਹੜਾ ਯੁਗਾਨ ਯੁਗ, ਜਿਹੜਾ ਕਦੇ ਖਤਮ ਹੋਣ ਵਾਲਾ ਨਹੀਂ, ਉਸ ਨੇ ਮੈਨੂੰ ਕੱਢਿਆ ਹੈ। ਕਿੰਨਾ ਮਹਾਨ ਹੈ ਉਹ ਨਾਮ! ਯਿਸੂ ਮਸੀਹ ਮੈਨੂੰ ਮਿਲ ਗਿਆ ਹੈ। ਕਿਆ ਤੁਹਾਨੂੰ ਮਿਲ ਚੁੱਕਾ ਹੈ? ਜੇ ਤੁਹਾਨੂੰ ਮਿਲ ਚੁੱਕਾ ਹੈ ਤਾਂ ਉਸ ਨੂੰ ਕਦੇ ਅਸੀਂ ਅੱਡ ਹੋ ਕੇ ਉਸ ਦੀ ਭਗਤੀ ਕਰ ਸਕਦੇ? ਕਿਉਂਕਿ ਉਸਨੇ ਸਾਨੂੰ ਆਪਣੇ ਉਸ ਪਹਾੜ ਦੇ ਕੋਲ ਬਣਾ ਲਿਆ ਆਪਣੀ ਭਗਤੀ ਦੇ ਲਈ। ਪ੍ਰਭੂ ਯਿਸੂ ਮਸੀਹ ਨੇ ਸਾਫ਼ ਤੌਰ ਤੇ ਕਿਹਾ, ਮੈਂ ਹਾਂ। ਇੱਥੇ ਕਿਹਾ ਹੈ, ਮੋਸਸ ਫਰੌਨ ਦੇ ਕੋਲ, ਮੈਂ ਹਾਂ ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਇਸਰਾਇਲ ਪ੍ਰਜਾ ਨੂੰ ਵੀ ਇਹੀ ਕਿਹਾ, ਮੈਂ ਹਾਂ ਨਾਮੀ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਮੈਂ ਹਾਂ ਨਾਮੀ ਕੌਣ? ਫਿਰ ਉਹ ਵੀ ਦੱਸਦਾ ਹੈ, ਇਬਰਾਹਿਮ ਦਾ ਪਰਮੇਸ਼ਰ, ਇਸਹਾਕ ਦਾ ਪਰਮੇਸ਼ਰ, ਯਾਕੂਬ ਦਾ ਪਰਮੇਸ਼ਰ, ਉਸ ਨੇ ਮੈਨੂੰ ਤੁਹਾਡੇ ਕੋਲ ਘੱਲਿਆ ਹੈ। ਲਿਸਨ ਮੀ, ਮੇਰੀ ਸੁਣੋ। ਅੱਜ ਜਿਹੜੇ ਇਸ ਪਹਾੜ ਦੇ ਵਿੱਚ ਬੈਠ ਕੇ ਇਹਦੀ ਸੁਣਦੇ ਆ, ਇਹ ਕੌਣ ਹੈ? ਪਰਮੇਸ਼ਰ ਦਾ ਵਚਨ। ਉਹ ਆਪਣੇ ਜੀਵਨਾਂ ਨੂੰ ਸੁਰੱਖਿਅਤ ਰੱਖਦੇ ਆ, ਉਹ ਪਰਮੇਸ਼ਰ ਦੇ ਕੋਲ ਆਸ਼ੀਸ਼ ਪਾਉਂਦੇ ਆ, ਉਹ ਪਰਮੇਸ਼ਰ ਦੀ ਜਿਉਂਦੀ ਆਸ ਨੂੰ ਆਪਣੇ ਵਿੱਚ ਦਿਨ ਪ੍ਰਤੀ ਦਿਨ ਪਾਲ ਕੇ ਆਪਣੇ ਜੀਵਨ ਨੂੰ ਆਤਮਿਕ ਉન્નਤੀ ਦੇ ਵਿੱਚ ਵਧਾਉਂਦੇ ਆ। ਜਦੋਂ ਪਰਮੇਸ਼ਰ ਨੇ ਮੈਨੂੰ ਕੋਈ ਬਰਕਤ ਦਿੱਤਾ, ਤੁਸੀਂ ਆਪਣੇ ਆਪ ਦੇ ਵਿੱਚ ਵਿਅਕਤੀਗਤ ਪ੍ਰਾਰਥਨਾ ਕਰੋ। ਜਦੋਂ ਪਰਮੇਸ਼ਰ ਨੇ ਮੈਨੂੰ ਵਿਅਕਤੀਗਤ ਚੁਣ ਲਿਆ, ਵਿਅਕਤੀਗਤ ਕੋਈ ਬਰਕਤ ਦਿੱਤਾ, ਤਾਂ ਉੱਥੇ ਇਹ ਨਹੀਂ ਕਹਿਣਾ ਮੈਂ ਕੌਣ, ਉੱਥੇ ਕਹਿਣਾ ਆਈ ਐਮ ਚਾਈਲਡ ਆਫ ਗਾਡ, ਮੈਂ ਪਰਮੇਸ਼ਰ ਦੀ ਸੰਤਾਨ ਹਾਂ, ਮੈਨੂੰ ਪਰਮੇਸ਼ਰ ਨੇ ਤੁਹਾਡੇ ਕੋਲ ਘੱਲਿਆ ਹੈ। ਕੱਲ ਸਾਡੇ ਭਾਈ ਲਾਰਸਨ, ਉਹਨਾਂ ਦੀ ਜੋ ਪਤਨੀ ਇਸ ਦੁਨੀਆ ਦੇ ਵਿੱਚ ਆਪਣਾ ਸਫ਼ਰ ਪੂਰਾ ਕਰ ਗਈ, ਉਹਨਾਂ ਦੀ ਥੈਂਕਸ ਗਿਵਿੰਗ ਸਰਵਿਸ, ਧੰਨਵਾਦ ਦੀ ਸਭਾ ਸੀ। ਤੇ
उस सभा दे विच साडे भाई जॉनसन सी फिलिप ने वचन दिता, बड़ा वधिया और इनकरेजबल वचन दिता कि असी इस माहौल दे विच अपने बहुत सारे लोगों को खो चुके हैं। हो सकता है मैं भी 10 दिन या महीना या 2 महीने बाद या साल बाद उडारी मार जाऊँ। मेरा ये घर नहीं, मेरा ये घर नहीं, मैं असली ठिकाने ते विच जाना। पर जिन्ना चिर इत्थे रखिया है, मेरा एक फर्ज है, मेरा एक करतब है। की करतब है कि मैं परमेश्वर की खुशखबरी उन्हां तक पहुँचावां जिहड़े इस तो दूर है। उन्होंने सब तो पहला कहा अपनी रिलेशनशिप समझते हो, रिलेशनशिप रिश्तेदार, उन्हां तक मैं उस परमेश्वर के वचन उहदे लई किसी डिग्री की लोड़ नहीं हैगी है। डिग्री की ਉਹਦੇ ਲਈ कहे दिमाग या कहे चीज़ की लोड़, सिर्फ परमेश्वर पुत्र की लोड़ है जिहड़ा मेरे विच हो के दूसरिਆਂ ਨੂੰ बचाउण दे लई बोलदा है। वो थाडे विच भी बोलदा है, मेरे कल्ले च नहीं बोलदा। जदों कोई थाडे कोल आ जांदा है, मैं तो नहीं हुंदा उत्थे, तुसीं उन्हां नूं गॉस्पल सुणाउंदे, चाहे वो सफ़र दे विच होवे, चाहे घर दे विच होवे, चाहे किसी रिलेशनशिप, पर तुसीं खुशखबरी तो सुणाउंदे हो, तुसीं वचन तो सुणाउंदे, काहदे लई सुणाउंदे? मैं बच गया वो बच जा। असीं स्वर्ग दे विच इकट्ठे परमेश्वर दे आनंद दे धाम दे विच होइए। इस धरती दे विच की खाना है, की पीना है, की लैके जाना, ये कोई मायने नहीं रखता। मायने रखता मैं स्वर्ग दे विच की लैके जावांगा, की लैके जावांगा। इत्थे मोसस नूं ये गल समझ आ गई ते मोसस इस गल दे लई परमेश्वर दे हुक्म नूं लैके तुर पिया। और परमेश्वर ने इन्हां नूं आज़ादी दिती। किहने आज़ादी दिती है? परमेश्वर ने। मेरे नाल 15 अध्याय पढ़ो पूछ। एक ते 2 आयत पढ़ना, 3 तक पढ़ना। सॉरी, हाँ जी 15 का। तद मूसा इसराइल ने यहोवा ਲਈ ਇਹ ਗੀਤ ਗਾਉਂਦੇ ਹੋਏ ਆਖਿਆ, ਮੈਂ ਯहोवा ਲਈ ਗਾਵਾਂਗਾ ਤੂੰ ਜੋ ਉਹ ਅਤ ਉੱਚਾ ਹੋਇਆ ਹੈ। ਉਸ ਨੇ ਘੋੜੇ ਅਤੇ ਉਸ ਦੇ ਅਸਵਾਰ ਨੂੰ ਸਮੁੰਦਰ ਵਿੱਚ ਸੁੱਟ ਦਿੱਤਾ। ਯहोवा ਮੇਰਾ ਬਲ ਅਤੇ ਮੇਰਾ ਭਜਨ ਹੈ, ਉਹ ਮੇਰਾ ਛੁਟਕਾਰਾ ਹੋਇਆ, ਉਹ ਮੇਰਾ ਪਰਮੇਸ਼ਰ ਹੈ, ਮੈਂ ਉਸ ਦੀ ਸ਼ੋਭਾ ਕਰਾਂਗਾ। ਉਹ ਮੇਰੇ ਪਿਤਾ ਦਾ ਪਰਮੇਸ਼ਰ ਹੈ, ਤਾਂ ਜੋ ਮੈਂ ਉਸ ਦੀ ਵਡਿਆਈ ਕਰਾਂਗਾ। ਯहोवा जोधा पुरुष है, यहोवा ਉਸ ਦਾ ਨਾਮ ਹੈ। हाँ देखो कितनी वड्डी गल इत्थे लिख दी। इत्थे कहंदा है, बड़ी आखिर दी गल कह रहे, ओ मेरा छुटकारा होया है। जिस गल दे लई परमेश्वर ने मोसेस नूं चुनिया, उस गल नूं उहने इत्थे पूरा कर दिता। कहने परमेश्वर ने कहदे लई? अपनी प्रजा लई, मेरे लिए भी परमेश्वर ने छुटकारे का काम कालवरी क्रूज के उत्ते पूरा कर दिता है। तो मैं हुण परमेश्वर के उस कारज नूं की करना है जिहड़ा मैनूं सौंपिया गया है। 16 का 15 मरकुस च की लिखिया? जवानी जात जी नूं खोल दे 16 का 15। हाँ जी बोलो कोई। 16 का 15। वो तो मैं समझ गया। कहता जाओ जाके सर्वत सृष्टि दे विच मेरी खुशखबरी दा प्रचार करो। छुटकारा हो चुका है, हुण खुशखबरी देनी है। असी की देनी है? मैं कौन? मैं परमेश्वर दा पुत्र। मेरा वर्क की है? मैं जाके संसार दे विच की करना है? खुशखबरी देनी है। मेरा होर कोई काम नहीं, मेरा होर कोई काम नहीं। जब तक वो आ नहीं जाता मैनू खुशखबरी। कहता असी उहदी मौत का प्रचार कर दे
रहने हैं जब तक वो आना जाए। ਇਹਦਾ ਮਤਲਬ मैं परमेश्वर की संतान हाँ, तो मैं परमेश्वर की संतान हाँ, तो मैनू परमेश्वर ने अपना एक काम दिता है, जब तक वो आना जाए मैं उसकी खुशखबरी का प्रचार करता रहा। मैं उस पहाड़ के उत्ते खड़ा जिथे परमेश्वर ने छुटकारा दे के अपनी महिमा के लिए मैनू रचिया होया है। परमेश्वर अपने इस वचन के नाल आप सबनों आशीष दे। साडे भाई हैप्पी इस सभा ने प्रार्थना से समाप्त।